ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਫਿਰ ਤੁਹਾਡੇ ਸਨਮੁਖ ਪੇਸ਼ ਹੋਏ ਹਾਂ। ਖੁਸ਼ਾਮਦੀਦ ਸਾਰਿਆਂ ਦਾ। ਤੇ ਮੇਰੀ ਦੂਜੀ ਰਚਨਾ, ਦੂਜੀ ਕਹਾਣੀ ਜਿਹਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਪੇਸ਼ ਹੋਇਆ ਤੇ ਇਸ ਦਾ ਨਾਮ ਹੈ ਵਹਿਮ। ਕਹਾਣੀ ਦਾ ਨਾਮ ਵਹਿਮ ਹੈ। ਕਹਾਣੀ ਸ਼ੁਰੂ ਕਰਦੇ ਹਾਂ। ਵਹਿਮ। ਕੁਲਜੀਤ ਸਿੰਘ ਸਰਕਾਰੀ ਵਿਭਾਗ ਤੋਂ ਹੈੱਡ ਕਲਰਕ ਦੇ ਅਹੁਦੇ ਤੇ ਸੇਵਾ ਮੁਕਤ ਹੋਇਆ ਸੀ। ਸੇਵਾ ਮੁਕਤੀ ਤੋਂ ਬਾਅਦ ਵੀ ਉਸਨੇ ਆਪਣੇ ਆਪ ਨੂੰ ਮਸਰੂਫ ਰੱਖਣ ਦੀ ਕੋਸ਼ਿਸ਼ ਕੀਤੀ। ਸਵੇਰੇ ਪਾਰਕ ਜਾਣਾ, ਸੈਰ ਕਰਨੀ, ਘਰ ਆ ਕੇ ਸਮੇਂ ਸਿਰ ਤਿਆਰ ਹੋਣਾ, ਅਖਬਾਰ ਪੜ੍ਹਨੀ, ਘਰ ਦਾ ਸੌਦਾ ਪੱਤਾ ਲਿਆ ਦੇਣਾ ਤੇ ਸ਼ਾਮ ਨੂੰ ਫਿਰ ਪਾਰਕ ਚਲੇ ਜਾਣਾ। ਇਸ ਤਰ੍ਹਾਂ ਸਮਾਂ ਚੰਗਾ ਲੰਘ ਰਿਹਾ ਸੀ। ਘਰ ਦੇ ਵੀ ਖੁਸ਼ ਸੀ ਤੇ ਕੁਲਜੀਤ ਸਿੰਘ ਵੀ ਖੁਸ਼ ਸੀ। ਸੇਵਾ ਮੁਕਤੀ ਤੋਂ ਬਾਅਦ 10 ਸਾਲ ਵਧੀਆ ਲੰਘ ਗਏ, ਪਤਾ ਹੀ ਨਹੀਂ ਲੱਗਿਆ। ਫਿਰ ਇੱਕ ਦਿਨ ਕੁਲਜੀਤ ਸਿੰਘ ਤੋਂ ਸਵੇਰੇ ਉੱਠਿਆ ਨਾ ਗਿਆ। ਡਾਕਟਰ ਨੂੰ ਬੁਲਾਇਆ ਤਾਂ ਪਤਾ ਲੱਗਿਆ ਕਿ ਉਸ ਦਾ ਇੱਕ ਪਾਸਾ ਮਾਰਿਆ ਜਾ ਚੁੱਕਿਆ ਹੈ ਤੇ ਉਸ ਨੂੰ ਅਧਰੰਗ ਹੋ ਚੁੱਕਿਆ ਹੈ। ਉਸਦੇ ਮੁੰਡੇ ਉਸ ਨੂੰ ਲਾਗਲੇ ਵੱਡੇ ਸ਼ਹਿਰ ਲੈ ਕੇ ਗਏ। ਡਾਕਟਰ ਨੇ 10 ਦਿਨਾਂ ਦਾ ਇਲਾਜ ਕਰਕੇ ਉਸ ਨੂੰ ਘਰ ਭੇਜ ਦਿੱਤਾ ਤੇ 1 ਮਹੀਨੇ ਬਾਅਦ ਆਉਣ ਲਈ ਕਿਹਾ। ਕੁਲਜੀਤ ਸਿੰਘ ਨੂੰ ਉਸਦੇ ਮੁੰਡੇ ਘਰ ਲੈ ਆਏ। 1-2 ਥਾਵਾਂ ਤੋਂ ਦੇਸੀ ਇਲਾਜ ਵੀ ਕਰਵਾਇਆ, ਪਰ ਫਰਕ ਨਹੀਂ ਪਿਆ। ਮੁੰਡਿਆਂ ਨੇ ਵੀ ਪੂਰੀ ਸੇਵਾ ਕੀਤੀ, ਪਰ ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ ਸੀ ਉਸੇ ਤਰ੍ਹਾਂ ਕੁਲਜੀਤ ਸਿੰਘ ਦੇ ਠੀਕ ਹੋਣ ਦੀ ਆਸ ਵੀ ਘਟਦੀ ਜਾ ਰਹੀ ਸੀ। ਉਹ ਇੱਕ ਵਾਰ ਮੰਜੇ ਤੇ ਪੈ ਗਿਆ, ਫਿਰ ਦੁਬਾਰਾ ਨਹੀਂ ਉੱਠਿਆ। ਲੋਕ ਉਸ ਬਾਰੇ ਅਕਸਰ ਅਜਿਹੀਆਂ ਗੱਲਾਂ ਕਰਦੇ ਸਨ ਕਿ ਬੰਦਾ ਤਾਂ ਬਹੁਤ ਵਧੀਆ ਸੀ, ਪਰ ਅਜਿਹਾ ਉਸਨੇ ਕੀ ਕਰ ਦਿੱਤਾ ਕਿ ਉਸ ਨਾਲ ਅਜਿਹਾ ਪਾਣਾ ਵਰਤ ਗਿਆ। ਸ਼ਾਇਦ ਕੋਈ ਇੱਕ ਅੱਧਾ ਅਜਿਹਾ ਕੰਮ ਕੀਤਾ ਹੋਵੇਗਾ ਜਿਸ ਦੀ ਸਜ਼ਾ ਉਸ ਨੂੰ ਮਿਲ ਰਹੀ ਹੈ, ਕਿਉਂਕਿ ਕੀਤੇ ਹੋਏ ਕਰਮਾਂ ਦਾ ਨਿਬੇੜਾ ਤਾਂ ਜਿਉਂਦੇ ਜੀ ਹੁੰਦਾ ਹੈ, ਪਰ ਮਰੇ ਬਾਅਦ ਕੀ ਹੋਣਾ ਇਸ ਦਾ ਕੋਈ ਪਤਾ ਨਹੀਂ ਹੁੰਦਾ। ਫਿਰ ਇੱਕ ਦਿਨ ਅਜਿਹਾ ਆ ਗਿਆ ਕਿ ਉਸ ਨੂੰ ਯਮਰਾਜ ਲੈਣ ਆ ਗਿਆ। ਯਮਰਾਜ ਨੇ ਉਸ ਨੂੰ ਕਿਹਾ, ਚੱਲ ਭਗਤਾ ਚਲੀਏ, ਤੇਰਾ ਸਮਾਂ ਪੂਰਾ ਹੋ ਗਿਆ ਹੈ, ਮੈਂ ਤੈਨੂੰ ਲੈਣ ਆਇਆ। ਕੁਲਜੀਤ ਸਿੰਘ ਬੋਲਿਆ, ਮਹਾਰਾਜ ਕੀ ਗੱਲ ਇੰਨੀ ਜਲਦੀ? ਮੈਂ ਤਾਂ ਅਜੇ ਪੋਤਿਆਂ ਦੇ ਵਿਆਹ ਵੇਖਣੇ, ਇੱਕ ਮੁੰਡੇ ਦਾ ਕਾਰੋਬਾਰ ਚਲਾਉਣਾ ਹੈ, ਮਤਲਬ ਸੈੱਟ ਨਹੀਂ ਹੈਗਾ। ਸਾਰੇ ਪਰਿਵਾਰ ਨੂੰ ਮੇਰੀ ਬਹੁਤ ਲੋੜ ਹੈ, ਅਜੇ ਥੋੜਾ ਹੋਰ ਸਮਾਂ ਦਿਓ। ਯਮਰਾਜ ਉਸ ਵੱਲ ਵੇਖ ਕੇ ਬੋਲਿਆ, ਵੇਖ ਭਗਤਾ, ਮੈਂ ਤਾਂ ਆਪ ਮੁਲਾਜ਼ਮ ਬੰਦਾ, ਤੈਨੂੰ ਚੁੱਕਣ ਦਾ ਹੁਕਮ ਹੋਇਆ ਹੈ, ਮੈਂ ਕੁਛ ਨਹੀਂ ਕਰ ਸਕਦਾ। ਹਾਂ, ਤੇਰਾ ਵਹਿਮ ਜ਼ਰੂਰ ਕੱਢ ਸਕਦਾ। ਵਹਿਮ ਇਹ ਕਹਿ ਕੇ ਕੁਲਜੀਤ ਯਮਰਾਜ ਵੱਲ ਹੈਰਾਨੀ ਨਾਲ ਵੇਖਣ ਲੱਗ ਪਿਆ। ਯਮਰਾਜ ਉਸ ਵੱਲ ਵੇਖ ਕੇ ਸਿਰਫ ਹੱਸਿਆ ਤੇ ਥੋੜੀ ਦੇਰ ਬਾਅਦ ਬੋਲਿਆ, ਚੱਲ ਤੇਰਾ ਵਹਿਮ ਵੀ ਕੱਢ ਦਿੰਦੇ ਹਾਂ, ਪਰ ਸ਼ਰਤ ਇਹ ਹੈ ਕਿ ਵਹਿਮ ਦੂਰ ਹੋਣ ਤੋਂ ਬਾਅਦ ਤੂੰ ਮੇਰੇ ਨਾਲ ਚੱਲੇਗਾ। ਕੁਲਜੀਤ ਸਿੰਘ ਨੇ ਹਾਮੀ ਭਰ ਦਿੱਤੀ ਤੇ ਯਮਰਾਜ ਨੇ ਵੀ ਉਸ ਦੇ ਸਰੀਰ ਵਿੱਚੋਂ ਰੂਹ ਕੱਢ ਲਈ, ਪਰ ਉਹ ਦੋਵੇਂ ਉੱਥੇ ਰੁਕ ਗਏ। ਜਿਵੇਂ ਜਿਵੇਂ ਉਸ ਦੀ ਮੌਤ ਦਾ ਲੋਕਾਂ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ, ਲੋਕ ਇਕੱਠੇ ਹੁੰਦੇ ਗਏ। ਜਿਸ ਇਨਸਾਨ ਨੂੰ ਉਸ ਨਾਲ ਖਿੱਚ ਸੀ, ਉਹ ਉਸ ਨਾਲ ਦੁੱਖ ਪ੍ਰਗਟਾ ਰਿਹਾ ਸੀ, ਉਸਦੇ ਪਰਿਵਾਰ ਨਾਲ ਦੁੱਖ ਪ੍ਰਗਟਾ ਰਿਹਾ ਸੀ। ਕੁਲਜੀਤ ਸਿੰਘ ਦੇ ਸਰੀਰ ਨੂੰ ਮੰਜੇ ਤੋਂ ਲਾ ਕੇ ਜ਼ਮੀਨ ਤੇ ਰੱਖ ਦਿੱਤਾ ਗਿਆ ਤੇ ਮੰਜਾ ਬਿਸਤਰਾ ਘਰ ਤੋਂ ਬਾਹਰ ਗਲੀ ਦੇ ਵਿੱਚ ਰੱਖ ਦਿੱਤਾ ਗਿਆ। ਆਮ ਤੌਰ ਤੇ ਅਜਿਹਾ ਕੀਤਾ ਜਾਂਦਾ ਹੈ। ਸ਼ਾਇਦ ਉਸ ਬਿਸਤਰੇ ਦੇ ਵਿੱਚ ਕੁਝ ਹੋ ਜਾਂਦਾ ਹੋਊਗਾ, ਤਾਂ ਉਹ ਬਿਸਤਰਾ ਜਿਹੜਾ ਉਹ ਗਲੀ ਤੇ ਬਾਹਰ ਰੱਖ ਦਿੱਤਾ ਗਿਆ। ਜਿਸ ਬਿਸਤਰੇ ਤੇ ਕਦੇ ਕੁਲਜੀਤ ਸਿੰਘ ਪਿਆ ਹੁੰਦਾ ਸੀ, ਉੱਥੇ ਅੱਜ ਗਲੀ ਦਾ ਇੱਕ ਕੁੱਤਾ ਬੈਠਾ ਸੀ। ਇਹ ਵੇਖ ਕੇ ਕੁਲਜੀਤ ਸਿੰਘ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਉਹ ਨਾ ਤਾਂ ਕੁਝ ਕਰ ਸਕਦਾ ਸੀ ਤੇ ਨਾ ਹੀ ਕੁਝ ਕਹਿ ਸਕਦਾ ਸੀ। ਜਿਨ੍ਹਾਂ ਦਾ ਵਿਆਹ ਵੇਖਣ ਦੀ ਗੱਲ ਕਰਦਾ ਸੀ, ਉਸਦੇ ਸਰੀਰ ਦੀਆਂ ਉਂਗਲਾਂ ਵਿੱਚੋਂ ਮੁੰਦਰੀਆਂ ਤੇ ਹੱਥ ਵਿੱਚੋਂ ਕੜਾ ਲਾ ਕੇ ਸੰਭਾਲ ਰਹੇ ਸਨ।
ਯਾਨੀ ਕਿ ਜਿਹੜੇ ਪੋਤਿਆਂ ਦਾ ਵਿਆਹ ਵੇਖਣਾ ਚਾਹੁੰਦਾ ਸੀ ਉਹੀ ਅੱਜ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਵੀ ਇਹ ਦਾਦੇ ਦੇ ਅੰਗੂਠੀਆਂ ਲਾ ਲਓ ਵੀ ਉਂਗਲਾਂ ਦੇ ਵਿੱਚੋਂ, ਤੇ ਕੜਾ ਵੀ ਜਿਹੜਾ ਉਹ ਲਾ ਲਿਆ ਜਾਵੇ। ਸੰਭਾਲ ਰਹੇ ਸੀ ਕਿਉਂਕਿ ਮਹਿੰਗੀ ਧਾਤੂ ਦਾ ਸਵਾਲ ਜੋ ਸੀ, ਪੀਲੀ ਧਾਤੂ, ਮਹਿੰਗੀ ਧਾਤੂ। ਇੱਕ ਮੁੰਡਾ ਤਾਂ ਬਾਪੂ ਦੀ ਪੈਨਸ਼ਨ ਮਾਤਾ ਦੇ ਨਾਲ ਕਿਵੇਂ ਲੱਗਦੀ ਹੈ ਉਸ ਬਾਰੇ ਵੀ ਕੁਸਰ ਮੁਸਰ ਕਰ ਰਿਹਾ ਸੀ। ਯਮਰਾਜ ਨੇ ਕੁਲਜੀਤ ਸਿੰਘ ਵੱਲ ਵੇਖਿਆ ਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ, ਕੁਲਜੀਤ ਸਿੰਘ ਬੋਲ ਪਿਆ, ਚਲੋ ਮਹਾਰਾਜ ਚਲੀਏ, ਚਲੋ ਚਲੀਏ, ਇਸ ਤੋਂ ਅੱਗੇ ਹੋਰ ਕੁਝ ਨਹੀਂ ਵੇਖਿਆ ਜਾਣਾ। ਸਾਲਾ ਸਾਰੀ ਉਮਰ ਜਿਨ੍ਹਾਂ ਲਈ ਖੋਤਾ ਬਣ ਕੇ ਭਾਟ ਹੋਇਆ ਅਤੇ ਕੁਝ ਨਾ ਕਰਨ ਵਾਲੇ ਕੰਮ ਵੀ ਇਸ ਪਰਿਵਾਰ ਲਈ ਕੀਤੇ, ਅਤੇ ਅੱਜ ਉਹੀ ਪਰਿਵਾਰ ਇਸ ਤੋਂ ਅੱਗੇ ਉਹ ਕੁਝ ਨਹੀਂ ਬੋਲ ਸਕਿਆ। ਯਾਨੀ ਕਿ ਉਹਦਾ ਜਵਾਬ ਸੀਗਾ ਕਿ ਚਲੋ ਮਹਾਰਾਜ ਚਲੀਏ, ਇਸ ਤੋਂ ਅੱਗੇ ਹੋਰ ਕੁਝ ਨਹੀਂ ਬੋਲ ਸਕਿਆ। ਠੀਕ ਹੈ, ਚਲੋ ਮਹਾਰਾਜ ਚਲੀਏ, ਇਸ ਤੋਂ ਅੱਗੇ ਹੋਰ ਕੁਝ ਨਹੀਂ ਵੇਖਿਆ ਜਾਣਾ। ਸਾਲਾ ਸਾਰੀ ਉਮਰ ਜਿਨ੍ਹਾਂ ਲਈ ਖੋਤਾ ਬਣ ਕੇ ਭਾਟ ਹੋਇਆ ਅਤੇ ਕੁਝ ਨਾ ਕਰਨ ਵਾਲੇ ਕੰਮ ਵੀ ਪਰਿਵਾਰ ਲਈ ਕੀਤੇ, ਅੱਜ ਉਹੀ ਪਰਿਵਾਰ ਇਸ ਤੋਂ ਅੱਗੇ ਕੁਝ ਨਹੀਂ ਬੋਲ ਸਕਿਆ। ਕੁਝ ਦੇਰ ਬਾਅਦ ਕੁਲਜੀਤ ਸਿੰਘ ਬੋਲਿਆ, ਵਾਕਿਆ ਹੀ ਮੈਨੂੰ ਬਹੁਤ ਵੱਡਾ ਵਹਿਮ ਸੀ, ਕਾਸ਼ ਇਹ ਵਹਿਮ ਕਿਤੇ ਜਿਉਂਦੇ ਜੀ। ਮਤਲਬ ਕਿ ਕਹਾਣੀ ਖਤਮ ਹੈ ਜੀ। ਜਿਉਂਦੇ ਜੀ ਮਤਲਬ ਇੱਕ ਵੇਖ ਲਿਆ ਜਾਂਦਾ ਜਾਂ ਕਰ ਲਿਆ ਜਾਂਦਾ। ਇਹ ਕਹਾਣੀ ਮੈਂ 28/2/2021 ਨੂੰ ਲਿਖੀ ਸੀਗੀ, ਤੇ ਉਹ ਪਹਿਲੀ ਕਹਾਣੀ ਜੋ ਬੋਲ ਕੇ ਸੁਣਾਈ ਸੀ ਉਹਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਸੀਗਾ, ਬਹੁਤ ਵਧੀਆ ਲੋਕਾਂ ਨੇ ਉਹਦਾ ਰਿਸਪੌਂਸ ਦਿੱਤਾ ਸੀਗਾ, ਜਿਹਦੇ ਕਰਕੇ ਅੱਜ ਇਹ ਦੂਜੀ ਕਹਾਣੀ ਵਹਿਮ ਸੀਗੀ, ਜੋ ਆਮ ਤੌਰ 'ਤੇ ਬਹੁਤ ਜ਼ਿਆਦਾ ਲੋਕਾਂ ਨੂੰ ਸਾਨੂੰ ਹੁੰਦਾ ਹੈ ਕਿ ਜਿਹਦੇ ਲਈ ਅਸੀਂ ਪਾਪ ਕਮਾਉਂਦੇ ਹਾਂ ਉਹ ਸਾਡਾ ਅੰਤ ਵਿੱਚ ਸਾਥ ਦੇਣਗੇ, ਪਰ ਅੰਤ ਵਿੱਚ ਸਾਥ ਕੋਈ ਨਹੀਂ ਦੇਣਾ। ਪਾਪ ਕਮਾਉਂਦੇ ਹਾਂ ਤੇਰਾ ਕੋਈ ਨਾ ਬੇਲੀ ਦਾ, ਮਤਲਬ ਅਖੀਰ ਵਿੱਚ ਕਿਸੇ ਨੇ ਤੇਰਾ ਸਾਥ ਹੀ ਨਹੀਂ ਬਣਨਾ। ਜੋ ਤੁਸੀਂ ਜ਼ਿੰਦਗੀ ਵਿੱਚ ਕਰਮ ਕਰ ਰਹੇ ਹੋ ਉਹਦਾ ਜਿਹੜੀ ਸਜ਼ਾ ਹੈ ਉਹ ਤੁਹਾਨੂੰ ਹੀ ਭੁਗਤਣੀ ਪੈਣੀ ਹੈ, ਹੋਰ ਕਿਸੇ ਨੂੰ ਨਹੀਂ ਭੁਗਤਣੀ। ਹੋਰ ਕਿਸੇ ਨੇ ਉਹਦਾ ਸਾਥੀ ਬੇਲੀ ਨਹੀਂ ਬਣਨਾ। ਇਸ ਲਈ ਜੋ ਵੀ ਕਰਮ ਕਰਨਾ ਚਾਹੀਦਾ ਹੈ ਉਹ ਸਾਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਤੇ ਇੰਨੇ ਕੁ ਬੇਨਤੀ ਸੀਗੀ। ਠੀਕ ਹੈ ਜੀ, ਜੇ ਪਸੰਦ ਲੱਗੇ ਕਹਾਣੀ ਤਾਂ ਲਾਈਕ ਕਰਿਆ ਜੇ, ਸ਼ੇਅਰ ਵੀ ਕਰਿਆ ਜੇ, ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਜੇ, ਤੇ ਅੱਗੇ ਹੋਰ ਕਹਾਣੀਆਂ ਵੀ ਆਉਂਦੀਆਂ ਰਹਿਣਗੀਆਂ। ਠੀਕ, ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ 'ਚ ਰਹੋ ਸਾਰੇ।